परम सन्मानियो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। भगत त्रिलोचन जी दक्षिण देश ਵੱਲ ਹੋਏ ਹਨ ਤੇ ਭਗਤ ਨਾਮਦੇਵ ਜੀ ਦੇ ਗੁਰ ਭਾਈ ਵੈਸ ਜਾਤੀ ਵਿੱਚੋਂ ਸਨ ਤੇ ਸੰਤ ਗਿਆਨੇਸ਼ਵਰ ਜੀ ਦੇ ਚੇਲੇ ਸਨ। ਉਹਨਾਂ ਕੋਲੋਂ ਹੀ ਦਿਖਿਆ ਪ੍ਰਾਪਤ ਕੀਤੀ ਸੀ। ਦੱਖਣ ਵਿੱਚ ਆਪ ਦੀ ਪ੍ਰਸਿੱਧਤਾ ਵੀ ਭਗਤ ਨਾਮਦੇਵ ਜੀ ਵਾਂਗ ਬਹੁਤ ਹੋਈ ਤੇ ਜੀਵਨ ਕਲਿਆਣ ਦਾ ਉਪਦੇਸ਼ ਕਰਦੇ ਰਹੇ। ਭਗਤ त्रिलोचन ਜੀ ਨੂੰ ਵੱਡੇ ਜਗਿਆਸੂ ਭਗਤਾਂ ਵਿੱਚ ਮੰਨਿਆ ਗਿਆ ਹੈ। ਭਗਤ ਨਾਮਦੇਵ ਜੀ ਤੇ ਭਗਤ त्रिलोचन ਜੀ ਦਾ ਆਪਸ ਵਿੱਚ ਬੜਾ ਪਿਆਰ ਸੀ। ਭਗਤ ਨਾਮਦੇਵ ਜੀ ਪਾਸ ਸਿਰਫ ਨਾਮ ਦੀ ਹੀ ਬਰਕਤ ਸੀ, ਪਰ ਭਗਤ त्रिलोचन ਜੀ ਕੋਲ ਮਾਇਆ ਵੀ ਬੇਅੰਤ ਸੀ। ਉਹ ਨਾਮ ਸਿਮਰਨ ਕਰਨ ਦੇ ਨਾਲ ਆਏ ਗਏ ਭਗਤ ਦੀ ਸੇਵਾ ਕਰਿਆ ਕਰਦੇ ਸਨ, ਭੋਜਨ ਖਵਾਉਂਦੇ ਤੇ ਬਸਤਰ ਵੀ ਲੈ ਦਿਆ ਕਰਦੇ ਸਨ। ਇੱਕ ਦਿਨ त्रिलोचन ਜੀ ਉੱਠ ਕੇ ਨਾਮਦੇਵ ਜੀ ਦੇ ਦਰਸ਼ਨ ਕਰਨ ਚਲੇ ਗਏ। ਦੋਵੇਂ ਭਗਤ ਮਿਲੇ, ਦਰਸ਼ਨ ਕੀਤੇ, ਬਚਨ ਬਿਲਾਸ ਹੋਏ ਤਾਂ ਭਗਤ ਨਾਮਦੇਵ ਜੀ ਨੇ ਭਗਵਾਨ ਦਾ ਜਸ, ਉਹਨਾਂ ਦੀ ਕੀਰਤੀ ਤੇ ਦਰਸ਼ਨ ਦੇਣ ਬਾਬਤ ਕੁਝ ਵਾਰਤਾਂ ਸੁਣਾ ਦਿੱਤੀਆਂ। ਵਾਰਤਾਵਾਂ ਨੂੰ ਸੁਣ ਕੇ ਭਗਤ त्रिलोचन ਜੀ ਦੇ ਮਨ ਵਿੱਚ ਆਇਆ ਕਿ ਉਹ ਵੀ ਦਰਸ਼ਨ ਕਰਨ। ਉਹਨਾਂ ਨੇ ਨਾਮਦੇਵ ਜੀ ਅੱਗੇ ਬੇਨਤੀ ਕੀਤੀ, ਮੇਰੀ ਵੀ ਇੱਛਾ ਹੈ ਕਿ ਮੈਨੂੰ ਵੀ ਪ੍ਰਭੂ ਦੇ ਦਰਸ਼ਨ ਹੋਣ ਤਾਂ ਹੀ ਚੰਗਾ ਹੋਵੇਗਾ। ਭਗਤ त्रिलोचन ਜੀ ਦੀ ਜ਼ੁਬਾਨੋਂ ਐਸੀ ਬੇਨਤੀ ਸੁਣ ਕੇ ਭਗਤ ਨਾਮਦੇਵ ਜੀ ਨੇ ਬਚਨ ਕੀਤਾ, ਉਹਨਾਂ ਨੂੰ ਪੁੱਛ ਲੈਂਦੇ ਹਾਂ, ਜੇ ਪ੍ਰਭੂ ਦੀ ਇੱਛਾ ਹੋਈ ਤਾਂ ਜ਼ਰੂਰ ਦਰਸ਼ਨ ਹੋ ਜਾਣਗੇ। ਦਰਸ਼ਨ ਦੇਣ ਵਾਲੇ ਤੇ ਗੱਲ ਹੈ। ਭਾਈ ਗੁਰਦਾਸ ਜੀ ਬਚਨ ਕਰਦੇ ਹਨ ਕਿ ਨਾਮਦੇਵ ਜੀ ਨੇ ਬੇਨਤੀ ਕੀਤੀ, ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ त्रिलोचन ਆਵੈ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੈ, ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ त्रिलोचन ਪਾਵੈ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੈ, ਹੱਥ ਨਾ ਆਵੈ ਭੇਟ ਸੋ ਤੁਸ, त्रिलोचन ਮੈਂ ਮੋਹਿ ਲਾਵੈ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾਵੈ, ਹੋਏ ਵਿਚੋਲਾ ਆਣ ਮਿਲਾਵੈ। ਸੋ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਬੇਨਤੀ ਕੀਤੀ। ਨਾਮਦੇਵ ਜੀ ਦੀ ਬੇਨਤੀ ਸੁਣ ਕੇ ਭਗਵਾਨ ਜੀ ਹੱਸ ਕੇ ਬੋਲੇ, ਪੁੰਨ ਦਾਨ ਕਰਨ ਭੇਟਾ ਤੇ ਅਸੀਂ ਨਹੀਂ ਰੀਝਦੇ, ਤੇਰੀ ਭਗਤੀ ਤੇ ਪ੍ਰੇਮ ਭਾਵਨਾ ਤੇ ਰੀਝੇ ਹਾਂ, ਤੇਰੇ ਆਖੇ ਦਰਸ਼ਨ ਦੇ ਦਿੰਦੇ ਹਾਂ। ਜੋ ਭਗਵਾਨ ਦਾ ਹੁਕਮ ਸੀ ਨਾਮਦੇਵ ਜੀ ਨੂੰ ਆਖਿਆ, ਸੋ ਭਗਤ त्रिलोचन ਜੀ ਨੂੰ ਸੁਣਾ ਦਿੱਤਾ। ਸ਼ਰਧਾ ਭਾਵਨਾ ਰੱਖ, ਪੁੰਨਦਾਨ ਕਰ, ਇੱਕ ਦਿਨ ਦਰਸ਼ਨ ਜ਼ਰੂਰ ਹੋ ਜਾਣਗੇ। ਇਹ ਸੁਣ ਕੇ ਭਗਤ त्रिलोचन ਜੀ ਪ੍ਰਸੰਨ ਹੋ ਗਏ। ਭਗਤ त्रिलोचन ਜੀ ਦੀ ਸੰਤਾਨ ਨਹੀਂ ਸੀ, ਦੋਵੇਂ ਜੀ ਸਨ। ਸੰਤਾਂ ਦਾ ਆਉਣਾ ਜਾਣਾ ਉਹਨਾਂ ਦੇ ਬਹੁਤ ਸੀ, ਇਸ ਵਾਸਤੇ ਉਹਨਾਂ ਨੂੰ ਤੇ ਉਹਨਾਂ ਦੀ ਧਰਮ ਪਤਨੀ ਨੂੰ ਰੱਬ ਦਾ ਪਿਆਰ ਸੀ ਤੇ ਆਪ ਕੰਮ ਕਰਨਾ ਪੈਂਦਾ ਸੀ। ਉਹਨਾਂ ਨੇ ਸਲਾਹ ਕੀਤੀ ਕਿ ਜੇ ਕੋਈ ਨੌਕਰ ਮਿਲ ਜਾਏ ਤਾਂ ਸੰਤਾਂ ਦੀ ਟਹਿਲ ਸੇਵਾ ਚੰਗੀ ਹੋ ਜਾਇਆ ਕਰੇ। ਬਰਤਨ ਨਾ ਸਾਫ਼ ਹੋਣ ਤੇ ਕੁਵੇਲੇ ਕਈ ਵਾਰੀ ਸੰਤ ਭੁੱਖੇ ਹੀ ਤੁਰ ਜਾਂਦੇ ਨੇ, ਉਹ ਨਾ ਜਾਣ। ਨੌਕਰ ਰੱਖਣ ਦੀ ਸਲਾਹ ਪੱਕੀ ਹੋ ਗਈ। ਇੱਕ ਦਿਨ त्रिलोचन ਜੀ ਬਾਜ਼ਾਰ ਵਿੱਚ ਜਾ ਰਹੇ ਸਨ ਤਾਂ ਆਪ ਜੀ ਨੂੰ ਇੱਕ ਗਰੀਬੜਾ ਜਿਹਾ ਪੁਰਸ਼ ਮਿਲਿਆ। ਉਸ ਦਾ ਚਿਹਰਾ ਅਰੋਗ ਸੀ, ਅੱਖਾਂ ਵਿੱਚ ਚਮਕ ਤੇ ਤੇਜ਼ੀ ਸੀ, ਪਰ ਕੱਪੜੇ ਬਹੁਤ ਪਾਟੇ ਹੋਏ ਸਨ। ਉਸ ਨੂੰ ਦੇਖ ਕੇ त्रिलोचन ਜੀ ਨੇ ਝਿਜਕ ਕੇ ਪੁੱਛਿਆ, ਕਿਉਂ ਵੀਰ, ਤੂੰ ਨੌਕਰ ਰਹਿਣਾ ਚਾਹੁੰਦਾ ਹੈ? ਉਸਨੇ ਕਿਹਾ, ਹਾਂ, ਮੈਂ ਨੌਕਰੀ ਲੱਭਦਾ ਫਿਰਦਾ ਹਾਂ, ਪਰ ਮੇਰੀ ਸ਼ਰਤ ਕੋਈ ਨਹੀਂ ਮੰਨਦਾ, ਇਸ ਵਾਸਤੇ ਮੈਨੂੰ ਕੋਈ ਨਹੀਂ ਰੱਖਦਾ। ਜੇ ਸ਼ਰਤ ਕੋਈ ਮੰਨੇ ਤਾਂ ਨੌਕਰੀ ਕਰਾਂਗਾ। ਭਗਤ त्रिलोचन ਜੀ ਨੇ ਕਿਹਾ, ਉਹ ਤੇਰੀ ਕੀ ਸ਼ਰਤ ਹੈ, ਦੱਸ ਸਕਦਾ ਹੈ? ਉਸ ਪੁਰਸ਼ ਨੇ ਕਿਹਾ, ਜੀ ਸ਼ਰਤ ਮੇਰੀ ਮਾਮੂਲੀ ਹੈ, ਮੈਂ ਰੋਟੀ ਕੱਪੜੇ ਬਦਲੇ ਨੌਕਰੀ ਕਰਦਾ ਹਾਂ, ਨਗਦ ਰੁਪਈਆ ਕੋਈ ਨਹੀਂ ਮੰਗਦਾ, ਪਰ ਘਰ ਦਾ ਕੋਈ ਜੀ ਆਪੋ ਵਿੱਚ ਆਂਢ ਗੁਆਂਢ ਮੇਰੀ ਰੋਟੀ ਬਦਲੇ ਕਿਸੇ ਨਾਲ ਕੋਈ ਗੱਲ ਨਾ ਕਰੇ।
ਇਹ ਉੱਕਾ ਹੀ ਨਾ ਆਖਿਆ ਜਾਵੇ ਕਿ ਮੈਂ ਰੋਟੀਆਂ ਬਹੁਤੀਆਂ ਖਾਂਦਾ ਹਾਂ ਜਾਂ ਥੋੜ੍ਹੀਆਂ। ਕੰਮ ਜੋ ਆਖੋਗੇ ਕਰਾਂਗਾ। ਮੈਂ ਸਾਰੇ ਕੰਮ ਜਾਣਦਾ ਹਾਂ। ਰਾਤ ਦਿਨ ਜਾਗਦਾ ਵੀ ਰਹਾਂ ਤਾਂ ਵੀ ਕੋਈ ਗੱਲ ਨਹੀਂ। ਜੇ ਤੁਸਾਂ ਨੂੰ ਇਹ ਸ਼ਰਤ ਮਨਜ਼ੂਰ ਹੈ ਤਾਂ ਕਰਦਾ ਹਾਂ। ਜਿਸ ਦਿਨ ਮੇਰੇ ਖਾਣ ਨੂੰ ਨਿੰਦਿਆ ਗਿਆ ਉਸ ਦਿਨ ਮੈਂ ਨੌਕਰੀ ਛੱਡ ਦਿਆਂਗਾ। ਮੈਂ ਤਾਂ ਇੱਕੋ ਗੱਲ ਚਾਹੁੰਦਾ ਹਾਂ, ਆਪਣੇ ਘਰ ਸਲਾਹ ਕਰ ਲਓ। ਭਗਤ ਤ੍ਰਿਲੋਚਨ ਜੀ ਨੇ ਉਸ ਦੀ ਸ਼ਰਤ ਮਨਜ਼ੂਰ ਕਰ ਲਈ। ਇਹ ਜੋ ਟਹਿਲੂ ਆ ਭਗਤ ਜੀ ਦੇ ਨਾਲ ਤੁਰਿਆ ਸੀ, ਅਸਲ ਵਿੱਚ ਹਰ ਜੀ ਪਰਮਾਤਮਾ ਆਪ ਹੀ ਸਨ। ਨਾਮਦੇਵ ਜੀ ਦੇ ਕਹਿਣ 'ਤੇ ਭਗਤ ਤ੍ਰਿਲੋਚਨ ਜੀ ਨੂੰ ਦਰਸ਼ਨ ਦੇਣ ਵਾਸਤੇ ਆਏ ਸਨ। ਭਗਵਾਨ ਨੇ ਆਪਣਾ ਨਾਂ ਭਗਤ ਤ੍ਰਿਲੋਚਨ ਜੀ ਨੂੰ ਅੰਤਰਜਾਮੀ ਦੱਸਿਆ। ਅੰਤਰਜਾਮੀ ਘਰ ਆ ਗਿਆ। ਘਰ ਦੇ ਸਾਰੇ ਕੰਮ ਉਸ ਨੂੰ ਸੌਂਪ ਦਿੱਤੇ ਗਏ। ਪਰ ਕੰਮ ਸੌਂਪਣ ਤੋਂ ਪਹਿਲਾਂ ਭਗਤ ਤ੍ਰਿਲੋਚਨ ਜੀ ਨੇ ਆਪਣੀ ਵਹੁਟੀ ਨੂੰ ਆਖਿਆ, ਦੇਖੋ ਜੀ, ਇਸ ਟਹਿਲੂਏ ਨੂੰ ਇੱਕ ਤਾਂ ਜ਼ੁਬਾਨੋਂ ਮੰਦਾ ਸ਼ਬਦ ਨਹੀਂ ਆਖਣਾ, ਦੂਸਰਾ ਇਹ ਜਿੰਨੀ ਰੋਟੀ ਖਾਵੇ ਓਨੀ ਹੀ ਦੇਣੀ ਹੋਵੇਗੀ, ਭਾਵੇਂ 3-4 ਸੇਰ ਅੰਨ ਕਿਉਂ ਨਾ ਖਾ ਜਾਵੇ। ਖਾਣ ਵੱਲੋਂ ਨਹੀਂ ਟੋਕਣਾ, ਨਾ ਹੀ ਕਿਸੇ ਨੂੰ ਦੱਸਣਾ ਹੈ। ਜੋ ਦੱਸੇਗਾ, ਜੋ ਦੇਖੇਗਾ ਜਾਂ ਨੌਲੇਗਾ ਉਸ ਨੂੰ ਦੁੱਖ ਦੇਵੇਗਾ। ਇਸ ਤਰ੍ਹਾਂ ਸੰਤ ਆਉਂਦੇ ਜਾਂਦੇ ਰਹੇ। ਟਹਿਲੂਆ ਅੰਤਰਜਾਮੀ ਆਏ ਗਏ ਦੀ ਸੇਵਾ ਬਹੁਤ ਰੀਝ ਨਾਲ ਕਰਦਾ ਰਿਹਾ। ਸੰਤ ਬਹੁਤ ਪ੍ਰਸੰਨ ਹੋ ਕੇ ਜਾਂਦੇ ਰਹੇ। ਨਾਲ ਹੀ ਆਖਦੇ, ਇਹ ਟਹਿਲੂਆ ਤਾਂ ਭਗਤ ਰੂਪ ਹੈ, ਬੜਾ ਹੀ ਗੁਰਮੁਖ ਹੈ। ਸਾਰੇ ਸੰਤ ਮਹਾਤਮਾ ਇਉਂ ਮਹਿਮਾ ਕਰਦੇ ਹੀ ਜਾਂਦੇ। ਭਗਤ ਤ੍ਰਿਲੋਚਨ ਜੀ ਦੀ ਵਡਿਆਈ ਸਾਰੇ ਸ਼ਹਿਰ ਤੇ ਬਾਹਰ ਵਿੱਚ ਹੋਣ ਲੱਗੀ। ਇਸ ਤਰ੍ਹਾਂ ਸੇਵਾ ਕਰਦਿਆਂ 1 ਸਾਲ ਲੰਘ ਗਿਆ। ਸਾਲ ਦੇ ਪਿੱਛੋਂ ਦੀ ਗੱਲ ਹੈ। ਇੱਕ ਦਿਨ ਭਗਤ ਤ੍ਰਿਲੋਚਨ ਜੀ ਦੀ ਪਤਨੀ ਇੱਕ ਗਵੰਡਣ ਕੋਲ ਜਾ ਬੈਠੀ। ਇਸਤਰੀ ਜਾਤੀ ਦਾ ਆਮ ਸੁਭਾਅ ਹੈ ਕਿ ਉਹ ਗੱਲਾਂ ਬਹੁਤੀਆਂ ਕਰਦੀਆਂ ਹਨ। ਕਈ ਭੇਦ ਵਾਲੀਆਂ ਗੱਲਾਂ ਨੂੰ ਗੁਪਤ ਨਹੀਂ ਰੱਖ ਸਕਦੀਆਂ। ਕਈ ਵਾਰ ਇੱਕ ਇਸਤਰੀ ਨੂੰ ਖਾਮ-ਖਾਸ ਜ਼ਿੱਦ ਕਰਕੇ ਤੰਗ ਕਰੇਗੀ ਕਿ ਉਹ ਮਨ ਦੀ ਗੱਲ ਦੱਸੇ। ਇਸ ਸੁਭਾਅ ਅਨੁਸਾਰ ਭਗਤ ਤ੍ਰਿਲੋਚਨ ਦੀ ਵਹੁਟੀ ਗਵਾਂਢਣ ਕੋਲ ਜਾ ਬੈਠੀ ਤਾਂ ਗਵਾਂਢਣ ਨੇ ਉਸ ਨੂੰ ਪੁੱਛਿਆ, ਭੈਣ, ਸੱਚੀ ਗੱਲ ਦੱਸੀ, ਤੂੰ ਉਦਾਸ ਜਿਹੀ ਕਿਉਂ ਰਹਿੰਦੀ ਹੈ? ਭਾਵੇਂ ਉਮਰ ਬਹੁਤ ਹੋ ਗਈ ਹੈ, ਫਿਰ ਵੀ ਚਿਹਰੇ ਉੱਤੇ ਲਾਲੀਆਂ ਭਖਦੀਆਂ ਸੀ। ਹੰਸੂ-ਹੰਸੂ ਕਰਕੇ ਗੱਲਾਂ ਤੇ ਬਚਨ ਬਿਲਾਸ ਕਰਦੀ ਸੈਂ। ਹੁਣ ਕੀ ਹੋ ਗਿਆ? ਤੇਰਾ ਰੰਗ ਵੀ ਹਲਦੀ ਵਰਗਾ ਹੋ ਰਿਹਾ ਹੈ। ਦੁੱਖ ਕੀ ਹੈ? ਭਗਤ ਤ੍ਰਿਲੋਚਨ ਦੀ ਭੋਲੀ ਇਸਤਰੀ ਨੂੰ ਪਤਾ ਨਹੀਂ ਸੀ ਕਿ ਸੰਤਾਂ ਦੀ ਸੇਵਾ ਕਰਨ ਵਾਲਾ ਉਹਨਾਂ ਦੇ ਘਰ ਭਗਵਾਨ ਹੈ। ਉਹ ਤਾਂ ਆਮ ਮਨੁੱਖ ਸਮਝਦੀ ਰਹੀ। ਆਪਣੇ ਵੱਲੋਂ ਪਰਦੇ ਨਾਲ ਉਸ ਅੰਤਰਜਾਮੀ ਪੁਰਸ਼ ਤੋਂ ਲੁਕ ਕੇ ਗਵਾਂਢਣ ਨਾਲ ਗੱਲਾਂ ਕਰਨ ਲੱਗੀ। ਪਰ ਉਹ ਅੰਤਰਜਾਮੀ ਸੀ, ਉਹ ਤਾਂ ਘਟ-ਘਟ ਦੀ ਜਾਣਨਹਾਰ ਸੀ। ਭਗਤ ਤ੍ਰਿਲੋਚਨ ਜੀ ਦੀ ਵਹੁਟੀ ਗਵਾਂਢਣ ਨੂੰ ਆਖਣ ਲੱਗੀ, ਭੈਣ ਜੀ ਕੀ ਦੱਸਾਂ, ਇੱਕ ਤਾਂ ਦਿਨੋਂ ਦਿਨ ਬੁਢਾਪਾ ਆਉਂਦਾ ਜਾਂਦਾ ਹੈ, ਦੂਸਰੇ ਸੰਤਾਂ ਦੇ ਰੋਜ਼ ਆਉਣ ਦੀ ਗਿਣਤੀ ਵੱਧ ਰਹੀ ਹੈ। ਆਟਾ ਪੀਸ ਕੇ ਪਕਾਉਣਾ ਪੈਂਦਾ ਹੈ, ਮੈਂ ਪੀਂਦੀ ਰਹਿੰਦੀ ਹਾਂ। ਤੀਸਰਾ ਜਿਹੜਾ ਇਹ ਟਹਿਲੂਆ। ਇਸ ਤਰ੍ਹਾਂ ਗੱਲ ਕਰਦੀ ਕਰਦੀ ਉਹ ਰੁਕ ਗਈ। ਉਹਦੀ ਗੁਆਂਢਣ ਨੇ ਆਖਿਆ, ਰੁਕ ਕਿਉਂ ਗਈ? ਤੂੰ ਆਪਣੇ ਦਿਲ ਦਾ ਹਾਲ ਦੱਸ, ਇਹਦੇ ਨਾਲ ਦੁੱਖ ਘਟਦਾ ਹੈ। ਭਗਤ ਜੀ ਦੀ ਪਤਨੀ ਬੋਲੀ, ਗੱਲ ਇਹ ਹੈ ਕਿ ਤ੍ਰਿਲੋਚਨ ਜੀ ਨੇ ਬਹੁਤ ਪੱਕੀ ਕੀਤੀ ਹੈ ਕਿ ਕਿਸੇ ਕੋਲ ਇਹ ਗੱਲ ਨਾ ਦੱਸਣੀ, ਪਰ ਮੈਂ ਭੈਣ ਜਾਣ ਕੇ ਤੈਨੂੰ ਦੱਸਦੀ ਹਾਂ, ਤੂੰ ਅੱਗੇ ਕਿਸੇ ਕੋਲ ਗੱਲ ਨਾ ਕਰੀ, ਜ਼ਰੂਰ ਪੱਕੀ ਕਰਦੀ ਹਾਂ। ਗੱਲ ਇਹ ਹੈ, ਜੋ ਟਹਿਲੂਆ ਰੱਖਿਆ ਹੈ ਨਾ, ਪਤਾ ਨਹੀਂ ਉਹਦਾ ਢਿੱਡ ਹੈ ਕਿ ਟੋਆ, ਉਹ ਰੱਜਦਾ ਹੀ ਨਹੀਂ। 3 ਸੇਰ 4 ਸੇਰ ਅੰਨ ਤਾਂ ਉਹਦੇ ਵਾਸਤੇ ਚਾਹੀਦਾ। ਮੈਂ ਤਾਂ ਪਕਾਉਂਦੀ ਅੱਕ ਗਈ ਹਾਂ। ਭਗਤ ਜੀ ਉਹਨੂੰ ਆਖਦੇ ਕੁਛ ਨਹੀਂ, ਮੈਂ ਤਾਂ ਬਹੁਤ ਤੰਗ ਹਾਂ, ਉੱਪਰੋਂ ਬੁਢੇਪਾ ਆ ਰਿਹਾ ਹੈ। ਉਹ ਘਰ ਉਜਾੜੀ ਜਾਂਦੇ ਨੇ। ਜੇ ਕੋਲ 4 ਛਿੱਲੜ ਨਾ ਰਹੇ ਤਾਂ ਕੱਲ੍ਹ ਨੂੰ ਖਾਵਾਂਗੇ ਕੀ? ਜਦੋਂ ਨੈਣ ਪ੍ਰਾਣ ਜਵਾਬ ਦੇ ਗਏ ਤਾਂ ਬਿਨਾਂ ਪੈਸੇ ਤੋਂ ਜਾਣਦੀ ਹਾਂ, ਕੋਈ ਸੁਰਤ ਨਹੀਂ ਪੁੱਛਦਾ। ਰਾਤ ਦਿਨੇ ਸੇਵਾ ਕੂਕਦੇ ਰਹਿੰਦੇ ਨੇ। ਗਵਾਂਢਣ ਨੇ ਆਖਿਆ, ਇਹ ਤਾਂ ਭਗਤ ਤ੍ਰਿਲੋਚਨ ਜੀ ਭੁੱਲ ਕਰਦੇ ਹਨ। ਐਸੇ ਸੇਵਕ ਨੂੰ ਨਹੀਂ ਰੱਖਣਾ ਚਾਹੀਦਾ, ਉਸ ਨੂੰ ਘਰੋਂ ਕੱਢ ਦਿਓ, ਹੋਰ ਸੇਵਕ ਰੱਖ ਲਓ। ਇਹ ਕਿਹੜੀ ਗੱਲ ਹੈ? ਭਗਤ ਤ੍ਰਿਲੋਚਨ ਜੀ ਦੀ ਵਹੁਟੀ ਇਸ ਤਰ੍ਹਾਂ ਗੱਲਾਂ ਕਰਦੀ ਤੇ ਰੋਣੇ ਰੋਂਦੀ ਹੋਈ ਗਵਾਂਢਣ ਕੋਲ ਬਹੁਤ ਚਿਰ ਬੈਠੀ ਰਹੀ। ਦਾਲ ਧਰਨ ਨੂੰ ਹਨੇਰਾ ਹੋ ਗਿਆ। ਉਸ ਦਾ ਖਿਆਲ ਸੀ ਕਿ ਟਹਿਲੂਆ ਧਰ ਛੱਡੇਗਾ, ਪਰ ਟਹਿਲੂਆ ਅੰਤਰਜਾਮੀ ਸੀ।
ਉਸਨੇ ਸਾਰੀ ਗੱਲਬਾਤ ਦੂਰ ਬੈਠਿਆਂ ਹੀ ਸੁਣ ਲਈ। ਉਸਨੇ ਜਦੋਂ ਆਪਣੀ ਨਿੰਦਾ ਸੁਣੀ ਤਾਂ ਉਸ ਵੇਲੇ ਹੀ ਆਪਣੀ ਭੂਰੀ ਚੁੱਕ ਕੇ ਘਰੋਂ ਨਿਕਲ ਗਿਆ। ਘਰ ਸੁੰਨਾ ਛੱਡ ਗਿਆ, ਬੂਹੇ ਖੁੱਲ੍ਹੇ ਸਨ। ਉਹ ਅਲੋਪ ਹੋ ਕੇ ਆਪਣੇ ਅਸਲੀ ਰੂਪ ਵਿੱਚ ਹੋ ਗਿਆ। ਗੁਆਂਢਣ ਕੋਲੋਂ ਉੱਠ ਕੇ ਜਦੋਂ ਉਹ ਘਰ ਆਈ ਤਾਂ ਦੇਖ ਕੇ ਹੈਰਾਨ ਹੋਈ ਕਿ ਘਰ ਬੂਹੇ ਖੁੱਲ੍ਹੇ ਨੇ, ਪਰ ਟਹਿਲੂਆ ਕੋਈ ਨਹੀਂ। ਉਹ ਘਰੋਂ ਬਾਹਰ ਨਹੀਂ ਸੀ ਜਾਂਦਾ। ਆਵਾਜ਼ਾਂ ਮਾਰੀਆਂ, ਘਰ ਦੇ ਅੰਦਰ ਬਾਹਰ ਦੇਖਿਆ, ਪਰ ਕੋਈ ਨਾ ਦਿਸਿਆ। ਰਾਤ ਨੂੰ ਭਗਤ ਤ੍ਰਿਲੋਚਨ ਜੀ ਆ ਗਏ। ਉਹਨਾਂ ਨੇ ਵੀ ਆ ਕੇ ਪੁੱਛਿਆ ਕਿ ਅੰਤਰਜਾਮੀ ਕਿੱਧਰ ਗਿਆ, ਪਰ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ। ਭਗਤ ਤ੍ਰਿਲੋਚਨ ਜੀ ਜਾਣ ਗਏ ਕਿ ਉਸ ਦੀ ਇਸਤਰੀ ਕੋਲੋਂ ਜ਼ਰੂਰ ਕੋਈ ਭੁੱਲ ਹੋ ਗਈ, ਅੰਤਰਜਾਮੀ ਦੀ ਨਿੰਦਾ ਕਰ ਬੈਠੀ ਹੋਵੇਗੀ, ਜਿਸ ਕਰਕੇ ਉਹ ਚਲਾ ਗਿਆ। ਕਈ ਦਿਨ ਭਗਤ ਤ੍ਰਿਲੋਚਨ ਜੀ ਉਸ ਟਹਿਲੂਏ ਨੂੰ ਲੱਭਦੇ ਰਹੇ। ਨਾ ਉਹ ਲੱਭਿਆ ਤੇ ਨਾ ਲੱਭਣਾ ਸੀ। ਇੱਕ ਦਿਨ ਉਹਨਾਂ ਨੂੰ ਸੁੱਤਿਆਂ ਭਾਖਿਆ ਹੋਈ, ਤ੍ਰਿਲੋਚਨ, ਤੇਰਾ ਟਹਿਲੂਆ ਅੰਤਰਜਾਮੀ ਸੱਚਮੁੱਚ ਅੰਤਰਜਾਮੀ ਭਗਵਾਨ ਸੀ। ਤੈਨੂੰ ਦਰਸ਼ਨ ਦੇਣ ਆਇਆ ਸੀ, ਪਰ ਪਛਾਣ ਨਹੀਂ ਕੀਤੀ। ਤੇਰੀ ਪਤਨੀ ਨੇ ਗੱਲ ਗਵਾ ਦਿੱਤੀ। ਨਾਮਦੇਵ ਜੀ ਨੇ ਸਿਫਾਰਿਸ਼ ਕੀਤੀ ਸੀ। ਇਸ ਭਾਖਿਆ ਨੂੰ ਸੁਣ ਕੇ ਭਗਤ ਤ੍ਰਿਲੋਚਨ ਜੀ ਤੜਪ ਉੱਠੇ। ਵੱਡਾ ਪਛਤਾਵਾ ਲੱਗ ਗਿਆ। ਘਰਵਾਲੀ ਨੂੰ ਕਹਿਣ ਲੱਗੇ, ਤੂੰ ਬਹੁਤ ਬੁਰਾ ਕੀਤਾ ਹੈ। ਟਹਿਲੂਆ ਬਣ ਕੇ ਭਗਵਾਨ ਘਰ ਆਇਆ ਸੀ, ਪਰ 2 ਸੇਰ ਆਟੇ ਬਦਲੇ ਘਰੋਂ ਕੱਢ ਦਿੱਤਾ। ਇਹ ਸਭ ਕੁਝ ਉਸ ਦਾ ਹੈ। ਉਸ ਦੀ ਮਾਇਆ ਵਰਤ ਰਹੇ ਹਾਂ। ਲੋੜਾ ਮਾਰਿਆ ਤੇਰਾ ਲਾਲਚੀ ਤੇ ਨਾਰੀ ਮਨ ਪ੍ਰਭੂ ਦੇ ਭੇਦ ਨੂੰ ਨਾ ਸਮਝ ਸਕਿਆ। ਸਾਡੇ ਖੋਟੇ ਭਾਗ ਹਨ। ਭਗਤ ਤ੍ਰਿਲੋਚਨ ਜੀ ਦੀ ਇਸਤਰੀ ਇਹ ਸੁਣ ਕੇ ਸਗੋਂ ਵਿਰਲਾਪ ਕਰਨ ਲੱਗੀ ਕਿ ਭਗਵਾਨ ਸਾਰੀ ਉਮਰ ਉਹਨਾਂ ਨਾਲ ਨਾਰਾਜ਼ ਰਿਹਾ। ਸੰਤਾਨ ਨਾ ਦਿੱਤੀ, ਜੋ ਬੁਢੇਪੇ ਵਿੱਚ ਸਹਾਇਤਾ ਕਰਦੀ ਹੈ। ਹੁਣ ਜੇ ਨੌਕਰ ਰੱਖਿਆ ਤਾਂ ਵੀ ਉਹ ਨਾ ਰਿਹਾ। ਮੈਂ ਹੀ ਚੰਦਰੀ ਹਾਂ। ਵਿਧਾਤਾ ਨੇ ਮੇਰੇ ਹੀ ਲੇਖ ਮਾੜੇ ਲਿਖੇ ਹਨ। ਮੈਂ ਅਭਾਗਣ ਹਾਂ। ਮੇਰਾ ਜਿਉਣਾ ਕਿਸ ਕੰਮ, ਜੇ ਪ੍ਰਭੂ ਹੀ ਰੁੱਸ ਗਿਆ। ਇਉਂ ਉੱਚੀ ਉੱਚੀ ਵਿਰਲਾਪ ਕਰਦੀ ਹੋਈ ਪ੍ਰਭੂ ਨੂੰ ਸੱਦਣ ਲੱਗੀ, ਭਗਵਾਨ ਜੀ, ਭਗਵਾਨ ਜੀ, ਮੈਨੂੰ ਸੰਤਾਨ ਨਾ ਬਖਸ਼ੀ। ਜੇ ਸੰਤਾਨ ਬਖਸ਼ੀ ਹੁੰਦੀ ਤਾਂ ਅੱਜ ਮੇਰੇ ਕੋਲੋਂ ਇਹ ਭੁੱਲ ਨਾ ਹੁੰਦੀ। ਇਹ ਸੁਣ ਕੇ ਭਗਤ ਤ੍ਰਿਲੋਚਨ ਜੀ ਨੇ ਆਪਣੀ ਪਤਨੀ ਨੂੰ ਸਮਝਾਉਣ ਦਾ ਯਤਨ ਕੀਤਾ। ਉਹ ਭਾਵ ਉਹਨਾਂ ਦੀ ਬਾਣੀ ਵਿੱਚੋਂ ਇਉਂ ਮਿਲਦਾ ਹੈ। ਭਗਤ ਤ੍ਰਿਲੋਚਨ ਜੀ ਫਰਮਾਉਂਦੇ ਹਨ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੋਕ੍ਰਿਤ ਸੋਕ੍ਰਿਤ ਥਾਰੋ ਕਰਮਰੀ। ਇਸ ਦਾ ਪਰਮਾਰਥ ਇਹ ਹੈ ਕਿ ਭਲੀ ਲੋਕੇ ਈਸ਼ਵਰ 'ਤੇ ਦੋਸ਼ ਨਾ ਲਾ। ਦੋਸ਼ ਆਪਣੇ ਕਰਮਾਂ ਦਾ ਹੈ। ਅਸੀਂ ਜੋ ਮਾੜੇ ਚੰਗੇ ਕਰਮ ਕਰਦੇ ਹਾਂ ਉਹਨਾਂ ਦਾ ਫਲ ਪਾਉਂਦੇ ਹਾਂ। ਚੰਦਰਮਾ ਸ਼ਿਵ ਜੀ ਦੇ ਮੱਥੇ ਵਿੱਚ ਹੈ। ਹਰ ਰੋਜ਼ ਗੰਗਾ ਵਿੱਚ ਇਸ਼ਨਾਨ ਕਰਦਾ ਹੈ। ਉਸੇ ਚੰਦਰਮਾ ਦੀ ਕੁੱਲ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ। ਪਰ ਚੰਦਰਮਾ ਨੇ ਇੰਦਰ ਦੀ ਮਦਦ ਕੀਤੀ, ਜੋ ਕਾਮੀ ਹੋ ਕੇ ਗੌਤਮ ਦੀ ਇਸਤਰੀ ਨੂੰ ਫੜ ਬੈਠਾ, ਜਿਸ ਕਰਕੇ ਉਸ ਨੂੰ ਗੌਤਮ ਨੇ ਸਰਾਪ ਦੇ ਦਿੱਤਾ। ਹੁਣ ਤੱਕ ਚੰਦਰਮਾ ਦਾ ਕਲੰਕ ਨਹੀਂ ਮਿਟ ਸਕਿਆ। ਉਸੇ ਤਰ੍ਹਾਂ ਸੂਰਜ ਵੱਲ ਤੱਕ ਉਹ ਦੁਨੀਆ ਨੂੰ ਰੌਸ਼ਨੀ ਦਿੰਦਾ ਹੈ, ਦੀਵੇ ਸਮਾਨ ਹੈ। ਅਰਣ ਰਥਵਾਹੀ ਹੈ। ਅਰਣ ਦਾ ਭਰਾ ਗਰੁੜ ਹੈ। ਗਰੁੜ ਨੂੰ ਪੰਛੀਆਂ ਦਾ ਬਾਦਸ਼ਾਹ ਮਿਥਿਆ ਜਾਂਦਾ ਹੈ। ਅਰਣ ਨੇ ਬੀਂਡੇ ਦੇ ਪੈਰ ਭੰਨ ਕੇ ਸੀਖ 'ਤੇ ਪਵਾਇਆ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਅਰਣ ਪਿੰਗਲਾ ਹੋ ਗਿਆ। ਹੁਣ ਸ਼ਿਵ ਜੀ ਵੱਲ ਵੇਖੋ, ਉਹ ਕਈਆਂ ਪਾਪਾਂ ਨੂੰ ਹਰਦਾ ਹੈ। ਉਹ ਆਪ ਤੀਰਥਾਂ ਉੱਤੇ ਭਟਕਦਾ ਫਿਰਦਾ ਹੈ। ਸਰਸਵਤੀ ਉੱਤੇ ਬ੍ਰਹਮਾ ਮੋਹਿਤ ਹੋ ਗਿਆ। ਸ਼ਿਵ ਜੀ ਨੇ ਇਹ ਪਾਪ ਸਮਝ ਕੇ ਬ੍ਰਹਮਾ ਦਾ ਸਿਰ ਵੱਢ ਸੁੱਟਿਆ, ਜਿਸ ਤੋਂ ਸ਼ਿਵ ਜੀ ਨੂੰ ਬ੍ਰਹਮ ਹੱਤਿਆ ਲੱਗੀ। ਬ੍ਰਹਮਾ ਦਾ ਸਿਰ ਉਹਦੀ ਹੱਥ ਦੀ ਤਲੀ ਨਾਲ ਚਿੰਬੜ ਗਿਆ। ਇਸ ਨੂੰ ਹੱਥ ਤੋਂ ਉਤਾਰਨ ਬਦਲੇ ਸ਼ਿਵ ਜੀ ਨੂੰ ਕਪਾਲ ਮੋਚਨ ਤੀਰਥ ਉੱਤੇ ਜਾਣਾ ਪਿਆ। ਹੇ ਭਗਵਾਨੇ, ਹੁਣ ਸਮੁੰਦਰ ਵੱਲ ਵੇਖ, ਕਿੰਨਾ ਟੇਢਾ ਤੇ ਡੂੰਘਾ ਹੈ। ਇਸੇ ਸਮੁੰਦਰ ਵਿੱਚ ਅੰਮ੍ਰਿਤ, ਚੰਦਰਮਾ, ਕਮਲਾ, ਲక్ష్ਮੀ, ਕਪਲ ਬ੍ਰਿਛ, ਧਨੰਤਰ ਵੈਦ ਆਦਿਕ ਚੀਜ਼ਾਂ ਨਿਕਲੀਆਂ। ਸਾਰੀਆਂ ਸਮੁੰਦਰ ਵਿੱਚੋਂ ਮਿਲਦੀਆਂ ਹਨ। ਇਹ ਉਹਨਾਂ ਦਾ ਪਤੀ ਹੈ। ਪਰ ਦੇਖ ਲੈ ਕਰਮਾਂ ਦਾ ਫਲ। ਸਮੁੰਦਰ ਖਾਰਾ ਹੈ। ਸੋ ਰਾਮ ਦਾ ਸਿਮਰਨ ਕਰੀ ਜਾ। ਜੋ ਭਗਵਾਨ ਕਰਦਾ ਹੈ ਠੀਕ ਹੀ ਕਰਦਾ ਹੈ। ਆਪਣੇ ਕਰਮਾਂ ਦਾ ਫਲ ਹੈ। ਕਰਮ ਦੀ ਕਿਰਤ ਹੀ ਸਾਰੇ ਜੀਵ ਖਾਂਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।